हाँ जी, हेलो स्टूडेंट्स, बेस्ट ऑफ एग्जाम्पलर दे पार्ट 2 ते आ गए ਆਪਾਂ। सो ए बॉक्स कंटेन 2 white 3 black and 4 red balls. In how many ways can balls are drawn from the box if at least one black ball is included? ठीक है जी। सो ਘੱਟੋ ਘੱਟ ਇੱਕ ਬਲੈਕ ਬਾਲ ਤਾਂ ਆਪਾਂ ਲੈਣੀ ਹੀ ਲੈਣੀ ਹੈ, ਬਾਕੀਆਂ ਬਾਰੇ ਨਹੀਂ ਕਿਹਾ ਗਿਆ। ਇਹਦਾ ਮਤਲਬ ਪਤਾ ਕੀ ਹੈ, ਬਲੈਕ ਵਾਲਾ ਗਰੁੱਪ ਅਲੱਗ ਬਣਾ ਦਿਓ, ਦੂਜੇ ਨੂੰ ਅਦਰ ਗਰੁੱਪ 'ਚ ਕਹਿ ਦਿਓ। ਅਦਰ 'ਚ 6 ਕਹਿ ਲਓ, ਬਲੈਕ 'ਚ 3 ਕਹਿ ਲਓ। ਸੋ ਇਹ ਵਾਲੀ ਚੀਜ਼ ਆਪਾਂ ਐਡਜਸਟ ਕਰ ਲੈਂਦੇ ਹਾਂ ਤੁਹਾਡੇ ਕੋਲ। ਠੀਕ ਹੈ ਜੀ। ਹੁਣ ਬਲੈਕ ਐਟਲੀਸਟ ਇੱਕ ਤਾਂ ਲੈਣੀ ਹੋਈ ਹੈ ਬਲੈਕ। ਜੇ ਇੱਕ ਬਲੈਕ ਲੈਣੀ ਹੈ ਤਾਂ 3 ਬਾਲਸ ਕਰਨੀਆਂ ਨੇ। ਫਿਰ ਅਦਰਸ 'ਚੋਂ ਕਿੰਨੀਆਂ ਹੋਣਗੀਆਂ? 2। ਔਰ 2 ਵੀ ਤਾਂ ਬਲੈਕ ਲੈ ਸਕਦਾ ਤੁਹਾਡੇ ਕੋਲ। ਐਟਲੀਸਟ 1, ਘੱਟੋ ਘੱਟ ਇੱਕ, ਜ਼ਿਆਦਾ ਤਾਂ ਲੈ ਹੀ ਸਕਦਾ। ਜੇ ਬਲੈਕ ਉਸਨੇ 2 ਲਈਆਂ ਤੁਹਾਡੇ ਕੋਲ ਤਾਂ ਉਸ ਕੇਸ ਵਿੱਚ ਅੱਗੇ ਕੀ ਕਰੂਗਾ ਤੁਹਾਡੇ ਕੋਲ? ਠੀਕ ਹੈ ਜੀ। 3C2 ਹੋ ਗਿਆ ਤਾਂ ਅਗਲੇ ਵਾਲੇ ਕੇਸ ਦੇ ਵਿੱਚ ਤੁਹਾਡੇ ਪਾਸ ਜਿਹੜਾ ਹੈਗਾ 6 ਦੇ ਵਿੱਚੋਂ ਉਸਨੂੰ 1 ਲੈਣੀ ਪੈ ਜਾਣੀ ਹੈ ਤੁਹਾਡੇ ਕੋਲ। ਤਾਂ ਉਹ ਤੋਂ ਬਾਅਦ ਅਗਲੇ ਕੇਸ ਦੇ ਵਿੱਚ ਤੁਹਾਡੇ ਕੋਲ ਜਿਹੜਾ ਹੈਗਾ ਏ, ਸੋ ਦੇਖੋ ਜੀ ਤੁਹਾਡੇ ਕੋਲ। ਔਰ ਤੀਸਰਾ ਵਾਲਾ ਜਿਹੜਾ ਕੇਸ ਹੈਗਾ ਹੈ ਤੁਹਾਡੇ ਕੋਲ, ਉਹਦੇ ਵਿੱਚ ਆਪਣੇ ਕੋਲ ਕੀ ਆ ਜਾਏਗਾ, ਜਿਹੜਾ ਹੈ 3 ਦੀਆਂ 3 ਲੈ ਲੂਗਾ ਤਾਂ ਫਿਰ ਉਹਦੇ ਵਿੱਚੋਂ 6 ਸੀ, ਉਹਦੇ ਵਿੱਚੋਂ ਕਿੰਨੀਆਂ ਲੈਣੀਆਂ ਪੈ ਜਾਣਗੀਆਂ? ਉਹ 'ਚੋਂ ਕੋਈ ਨਹੀਂ ਹੋਊਗੀ, ਫਿਰ 6C 0 ਹੋ ਜਾਊਗਾ ਤੁਹਾਡੇ ਕੋਲ। ਠੀਕ ਹੋ ਗਿਆ ਜੀ। ਸੋ ਇਹ ਚੀਜ਼ ਹੋ ਗਈ। ਜੇ ਔਰ ਆ ਗਿਆ ਤਾਂ ਔਰ ਦੇ ਵਿੱਚ ਕੀ ਪੈ ਜਾਣਾ ਹੈਗਾ ਤੁਹਾਡੇ ਕੋਲ? ਔਰ ਦੇ ਵਿੱਚ ਪੈ ਜਾਣਾ ਜੋੜ। ਸੋ 3C1 6C 2 2, ਠੀਕ ਹੈ, 6C 1 + 3C 3 6C 0। ਸੋ ਐਡ ਕਰ ਦੇਣਾ ਜੀ। ਜਦੋਂ ਤੁਸੀਂ ਐਡ ਕਰੋਗੇ ਤਾਂ ਤੁਹਾਡਾ ਜਿਹੜਾ ਹੈਗਾ ਆਨਸਰ ਆ ਜਾਏਗਾ। ਔਰ ਆਨਸਰ ਜਿਹੜਾ ਹੈਗਾ ਤੁਹਾਡੇ ਕੋਲ 64 ਰਹੇਗਾ ਤੁਹਾਡੇ ਕੋਲ। ਠੀਕ ਹੋ ਗਿਆ ਜੀ। ਸੋ ਇਹ ਵਾਲਾ ਤੁਸੀਂ ਖਿਆਲ ਰੱਖਣਾ ਹੈਗਾ। ਔਰ 64 ਬੜੇ ਆਰਾਮ ਨਾਲ ਬਣ ਜਾਏਗਾ। ਹੁਣ ਜਿਵੇਂ 6C 2 ਹੈ ਨਾ, ਇਹ ਤਾਂ 3 ਹੀ ਰਹਿ ਜਾਣਾ। 6C 2 6 5, ਇਹ 15 ਆ ਜਾਊਗਾ। 3C 2 3C 1 ਰਹਿ ਜਾਣਾ 6, ਅਤੇ ਇਹ ਆ ਗਿਆ ਤੁਹਾਡੇ ਕੋਲ 15 ਤੀ 45, 45 ਤੇ 18 61। ਠੀਕ ਹੈ। ਅਤੇ ਉਸ ਤੋਂ ਬਾਅਦ ਕੀ ਬਚਿਆ ਤੁਹਾਡੇ ਕੋਲ? 3C 0 3C 0 1, ਠੀਕ ਹੈ, 6C 0 1 2 ਮਿੰਟ, 15 ਤੀ 45 45 ਤੇ 18। ਠੀਕ ਹੈ ਜੀ, 64 ਬਣਨਾ। ਸੋ ਇਹ ਤੁਹਾਡਾ ਆਨਸਰ ਬਣ ਜਾਏਗਾ ਤੁਹਾਡੇ ਕੋਲ। ਸੋ ਫੋਕਸ ਕਿਸ ਚੀਜ਼ 'ਤੇ ਸੀਗਾ ਤੁਹਾਡੇ ਕੋਲ? ਫੋਕਸ ਇਸ ਚੀਜ਼ 'ਤੇ ਸੀਗਾ, ਇਫ ਐਟਲੀਸਟ ਮੈਨੇ ਘੱਟੋ ਘੱਟ ਇੱਕ ਬਾਲ ਹੈ, ਬਾਅਦ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਕੋਲ ਬਾਲਾਂ 1 ਤੋਂ ਬਾਅਦ 2। ਮੈਂ ਐਟਲੀਸਟ 33 ਨੰਬਰ ਲੈਣੇ ਨੇ, 33 ਨੰਬਰ ਲੈਣੇ ਨੇ। 34 ਵਾਲੇ ਨੂੰ ਕਲਾਸ 'ਚੋਂ ਥੋੜ੍ਹੀ ਕੱਢ ਦਾਂਗੇ ਵੀ 33 ਵਾਲਾ ਪਾਸ ਸੀ, ਤੂੰ 34 ਕਿਵੇਂ ਲੈ ਕੇ ਆ ਗਿਆ? ਤਾਂ ਮਤਲਬ 34 35 36 ਉਹਦੀਆਂ ਪੋਸੀਬਿਲਿਟੀਜ਼ ਅੱਗੇ ਜਾਈ ਜਾਣਗੀਆਂ। ਠੀਕ ਹੈ ਜੀ। ਸੋ ਇਹ ਸਾਡਾ ਪਹਿਲਾ ਕੁਐਸਚਨ ਸੀਗਾ ਤੁਹਾਡੇ ਕੋਲ। ਇਹਦੇ ਵਿੱਚ ਮੇਨ ਪੁਆਇੰਟ ਆ ਸੀਗਾ। ਤੋ ਅਗਰ ਤੁਸੀਂ ਦੇਖੋ, ਸਿੰਪਲ ਜੀ ਗੱਲ ਹੈ, ਤੁਹਾਨੂੰ ਇੱਕ ਸਿੱਧਾ ਫਾਰਮੂਲਾ ਦੱਸਦਾ ਵਾਂ। ਤੁਹਾਨੂੰ ਸਾਰੇ ਕੁਐਸਚਨ NCERT ਦੇ ਆਉਂਦੇ ਹੋਣ ਵਿਦ ਐਗਜ਼ਾਮਪਲਸ, ਤੁਹਾਨੂੰ ਸਾਰੇ ਕੁਐਸਚਨ NCERT ਐਗਜ਼ਾਮਪਲਰ ਦੇ ਆਉਂਦੇ ਹੋਣ ਵਿਦ ਐਗਜ਼ਾਮਪਲਸ, ਠੀਕ ਹੈ ਜੀ, ਤਾਂ ਸਮਝ ਲਓ ਇਸੇ ਤਰ੍ਹਾਂ ਤੁਹਾਨੂੰ 11th ਕਲਾਸ ਦੀ ਪ੍ਰੋਬੇਬਿਲਿਟੀ NCERT ਦੀ ਆਉਂਦੀ ਹੋਵੇ, ਪ੍ਰੋਬੇਬਿਲਿਟੀ ਮਤਲਬ ਦੋਨੋਂ ਸਰਕਾਰੀ ਕਿਤਾਬਾਂ ਦੇ ਦੋਨੋਂ ਚੈਪਟਰ ਅੱਛੀ ਤਰ੍ਹਾਂ ਆਉਂਦੇ ਹੋਣ, ਫਿਰ 12th ਦੇ ਪੇਪਰ ਤੁਹਾਨੂੰ ਕੋਈ ਦਿੱਕਤ ਨਹੀਂ। ਇਹ ਘੱਟੋ ਘੱਟ ਸੌਦਾ ਹੈ ਕਰਨ ਲਈ। ਠੀਕ ਹੈ ਜੀ। ਸੋ ਮਤਲਬ ਇਸ ਤੋਂ ਘੱਟ ਅਸੀਂ ਅਫੋਰਡ ਨਹੀਂ ਕਰ ਸਕਦੇ। ਉਸ ਤੋਂ ਬਾਅਦ ਕੁਐਸਚਨ ਹੈ ਜਿਹੜਾ, ਉਹ ਕਹਿੰਦਾ 18 ਮਾਈਸ ਵਰ ਪਲੇਸਡ ਇਨ 2 ਐਕਸਪੈਰੀਮੈਂਟਲ ਗਰੁੱਪ ਐਂਡ 1 ਕੰਟਰੋਲ ਗਰੁੱਪ। ਮਤਲਬ ਇਹਦੇ 3 ਗਰੁੱਪ ਬਣਨੇ ਨੇ ਤੁਹਾਡੇ ਕੋਲ। ਠੀਕ ਹੈ ਜੀ। 2 ਐਕਸਪੈਰੀਮੈਂਟਲ ਗਰੁੱਪ ਨੇ ਅਤੇ 1 ਕੰਟਰੋਲ ਗਰੁੱਪ ਹੈ। ਮਤਲਬ ਤੁਹਾਡੇ ਕੋਲ ਟੋਟਲ 3 ਗਰੁੱਪਸ ਦੇ ਵਿੱਚ ਆਪਾਂ ਨੇ ਵੰਡਣਾ ਹੈ। ਗਰੁੱਪ ਵਿਦ ਆਲ ਗਰੁੱਪ ਇਕੁਅਲੀ ਲਾਰਜ। ਆਰ ਗਰੁੱਪ ਇਕੁਅਲੀ ਲਾਰਜ ਦਾ ਮਤਲਬ ਹੈ ਕਿ 18 ਦੇ 6 ਦੇ 3 ਗਰੁੱਪ ਬਣ ਗਏ ਤੁਹਾਡੇ ਕੋਲ। ਠੀਕ ਹੈ ਜੀ। 6 ਦੇ 3 ਗਰੁੱਪ ਬਣ ਗਏ ਤੁਹਾਡੇ ਪਾਸ ਇਕੁਅਲੀ ਲਾਰਜ। ਹਾਊ ਮੈਨੀ ਵੇਜ਼ ਮਾਈਸ ਕੈਨ ਬੀ ਪਲੇਸਡ ਇਨ ਟੂ 3 ਗਰੁੱਪਸ। ਮਤਲਬ 6 ਜਿਹੜੇ ਮਾਈਸ ਨੇ ਤੁਹਾਡੇ ਪਾਸ, 6 ਇਹ ਇੱਕ ਗਰੁੱਪ ਬਣਾਉਂਦੇ ਨੇ। ਤਾਂ ਐਸੀ ਸਿਚੁਏਸ਼ਨ ਆ ਜੇ ਤਾਂ ਫਿਰ ਕੀ ਕਰੀਦਾ? ਟੋਟਲ ਅੱਖਰ ਕਿੰਨੇ ਆਪਾਂ ਕਹਿੰਦੇ ਸੀ? 18। ਇੱਥੇ ਟੋਟਲ ਮਾਈਸ ਹੋ ਗਏ। ਗਰੁੱਪ ਕਿੰਨੇ ਬਣਾਉਂਦੇ ਸੀ? ਤੁਸੀਂ ਲਿਖਿਆ ਸੀ ਮੈਥੇਮੈਟਿਕਸ, ਤੁਸੀਂ ਲਿਖਿਆ ਸੀ ਰਾਮ, ਤਾਂ ਤੁਸੀਂ ਕੀ ਕਹਿੰਦੇ ਸੀ? ਟੋਟਲ ਇਹਦੇ ਵਿੱਚ 4 ਨੇ ਜਿਨ੍ਹਾਂ ਨੂੰ ਆਪਾਂ ਅਰੇਂਜ ਕਰਨਾ। 2 ਇਹਦੇ ਵਿੱਚ ਰਿਪੀਟ ਹੈ, 1 ਤੇ 1। ਇਹ ਤਰੀਕਾ ਸੀਗਾ ਬਸ। ਫਿਰ ਹੁਣ ਮਾਈਸ ਆ ਗਏ ਤਾਂ ਕੀ ਹੋਇਆ? ਤਾਂ ਇਹ ਸਿਰਫ ਕੁਐਸਚਨ ਕਨਫਿਊਜ਼ ਕਰਦਾ ਹੈ, ਕਿਉਂਕਿ ਜੇ ਕਿਸੇ ਨੂੰ ਰਾਮ ਲਿਖਿਆ, ਇੰਡੀਆ ਲਿਖਿਆ, ਅਗੇਨ ਲਿਖਿਆ, ਉਹ ਬੰਦੇ ਨੇ ਰਾਮ ਨਾ ਕਰ ਦੇਣਾ। ਅਤੇ ਜੇ ਉਹਦੀ ਥਾਂ 'ਤੇ ਮਾਈਸ ਕਹਿ ਦਿੱਤਾ ਤੇ 3 ਗਰੁੱਪਾਂ 'ਚ ਕਹਿ ਦਿੱਤਾ, ਬੰਦੇ ਨੂੰ ਵਿਪਤਾ ਪੈ ਜਾਣੀ ਵੀ ਆਹ ਕੀ ਸਵਾਲ ਪੁੱਛ ਲਿਆ। ਸੋ 18 ਫੈਕਟੋਰੀਅਲ। ਸੋ ਇਸ ਤਰ੍ਹਾਂ ਦੇ ਕੁਐਸਚਨ ਲਈ ਤੁਹਾਨੂੰ ਇੱਕ ਹਿੰਟ ਕਾਫੀ ਹੁੰਦਾ ਜੀ ਤੁਹਾਡੇ ਕੋਲ। ਤੁਸੀਂ ਹਿੰਟ ਕਰ ਲਿਆ, ਤੁਹਾਡੇ ਪਾਸ ਤੁਹਾਨੂੰ ਆਈਡੀਆ ਹੋ ਗਿਆ। ਇਹੀ ਚੀਜ਼ ਤੁਹਾਨੂੰ ਕੰਪੀਟੀਸ਼ਨ 'ਚ ਕੰਮ ਆ ਜਾਣੀ ਹੈਗੀ ਹੈ ਤੁਹਾਡੇ ਕੋਲ। ਸੋ ਕੁਐਸਚਨ 'ਚ ਕੁਛ ਨਹੀਂ ਸੀਗਾ, ਸਿਰਫ ਸਟੇਟਮੈਂਟ ਪੜ੍ਹਨੀ ਸੀ ਧਿਆਨ ਨਾਲ, ਔਰ ਇਕੁਅਲੀ ਪ੍ਰੋਬੇਬਲ ਗਰੁੱਪਸ ਬਣਾ ਦੇਣੇ ਸੀ ਅਤੇ ਤੁਹਾਡਾ ਕੁਐਸਚਨ ਓਕੇ ਹੋ ਜਾਣਾ ਹੈਗਾ।
सो मेरा ख्याल है जी तुहानूं क्वेश्चन समझ आ गया तुहाडे कोल जिहड़ा हैगा। तो आपां नैक्सट क्वेश्चन चलीए। कहता एवरीबॉडी इन ए रूम शेक्स हैंड विद एवरीबॉडी एल्स। सा एक हर बंदे ने हथ मिलांदा, अपने आप नाल नहीं मिलाना हैगा, ठीक है। एवरीबॉडी शेक्स हैंड्स विद एवरीबॉडी एल्स इफ़ द टोटल हैंड शेक्स आर 66 दैन टोटल नंबर ऑफ परसनस इन ए रूम। तो एक हैंड शेक लई मिनीमम 2 बंदे चाहिए होंगे हैं, ठीक है। सो मिनीमम 2 persons आर रिक्वायर्ड फॉर ए हैंड शेक। देयरफॉर n बंदे होणगे तो n हैंड शेक होणगे, ठीक है जी। सो n विचों तुसीं 2 सिलेक्ट करने ने, जिहड़े 2 मर्जी लै लो हैंड शेक करन लई तुहाडे कोल, ठीक है जी। सो टोटल नंबर ऑफ परसनस आपां n लै ले, n परसनस ये हैगे ने मेरे कोल रूम दे विच। जे n परसनस मेरे को रूम दे विच ने तुहाडे पास, तो हर बंदे ना तो NC2 हैंड शेक्स ये 66 के बराबर है। सो n इंटू n माइनस 1/2 ये 66 के बराबर है। सो n स्केयर माइनस n बराबर है 132। सो ये बन गया n स्केयर माइनस n माइनस 132, ठीक है जी। 12 गुणा 11 12 10 120। सो ਜਿਹੜੇ ਦੇ फैक्टर बननगे n माइनस 12 बन जाएंगे, n प्लस 11 बन जाएगा। नैगेटिव च कदे वैल्यू आती नहीं कि बंदियां दी। सो n इज इक्वल टू 12। तो जे करके देखना 12 से 2 करके देख लो, 12 11 बटा 2 11 6 66, ठीक है। सो जोड़ा है तुहाडे कोल आ गया, ठीक है जी। जे तो ऑब्जेक्टिव क्वेश्चन इस तरह का रहेगा, हाँ जी ख्याल की रखना, जे ऑब्जेक्टिव क्वेश्चन रहेगा तो NC2 के उत्ते n की वैल्यू फिल करके देख लेना। मतलब 66 है ना, इत्थे तुसीं देख लेना किन्ना n फिल करे तो 66 आंदा। ऑप्शनस तुहानूं दित्तियां होणगीਆਂ तो तुसीं बड़े ठीक ठाक ढंग नाल जिहड़ा हैगा क्वेश्चन कर सकते हो तुहाडे कोल, ठीक है जी। सो ये भी क्वेश्चन ठीक सीगा, सिर्फ एक आइडिया ही लेना सी। आह क्वेश्चन थोड़ा जिहा NCERT टाइप नहीं हैगा, थोड़ा हट के है। कहते कमेटी ऑफ 6 person टू बी चोजन, ठीक है। देखो कमेटी है तो कंबीनेशन का क्वेश्चन है। 10 मैन है थोड़े को, स्कैच बदलिए पहना तो, ठीक है। 10 मैन है तो 7 वीमेन है, ठीक है। कंटेन एटलीस्ट 3 men 2 women, ठीक है जी। ए कमेटी ऑफ 6 person इज़ टू बी चोजन फ्रॉम 10 men एंड 7 women, ठीक है। कमेटी किन्ने दी बनानी है तुहाडे कोल? कमेटी 6 persons दी बनानी है, 6 person की बनानी है। हाउ मैनी डिफरेंट वेज कैन बी डन इफ़ 2 particular। देखो जिथे तक कमेटी है इन्हों के सवाल NCERT भरी पई है, पर उत्थे इफ़ 2 particular women refuses टू सर्व इन द सेम कमेटी। सो इन्हों की लड़ाई हुई होगी, ठीक है जी। सो इफ़ 2 particular women refuses टू सर्व इन द सेम कमेटी, ठीक है जी। सो ये लड़ाई झगड़े वाला केस उरों शुरू होता है, ठीक है जी। तो तुसी की करना है, तुसी लड़ाई झगड़ा अवॉइड कराना, इसका मतलब सेम कमेटी च नहीं रखने तुसी, है ना। चलो शाबाश। तो आपां नूं हुण क्वेश्चन की है, जे मान लो अगर तुहाडा इदां दा हालात आ जाण, ये नॉट सर्व है, हाले तक आपां कोई रूल नहीं कढ़िया कि नॉट सर्व वाला भी असीं कोई रूल कढ़िया होवे ना। वॉवल्स आर टुगैदर, वॉवल्स आर नॉट टुगैदर, नॉट टुगैदर किवें कढ़दे सीगे? टोटल माइनस टुगैदर। सो रूल इहदे लई भी सेम रहेगा। तो जिहड़ा रूल रहेगा ना वो होएगा टोटल माइनस टुगैदर। सो रूल जिहड़ा तुहाडा सेम रहेगा टोटल माइनस टुगैदर। तो यदा मतलब सब तो पहला मैं टोटल कमेटियां बनावा तुहाडे को, फिर मैं टुगैदर वालियां बनावा, फिर मैं डिफरेंस ले ला नॉट टुगैदर आपे आ जाएगा। हुण जदों मैं टोटल कमेटियां बनानियां ने टोटल, तो कमेटी किन्ने दी बनानी है? 6 persons दी बनानी है। तो एटलीस्ट 3 men होने चाहिए। ऐसे करो मैन किन्ने ने? 10, 10 विचों घट्टो घट्ट 3 लै लो। जे 10 विचों 3 लै ले तो 7 वीमेन ने जी, 7 वीमेन। कमेटी 6 की बनानी है तो वीमेन भी 3 लैनियां पैणगियां। और उस विचों 10 विचों 4 मैंबर, क्योंकि एटलीस्ट 3 men सी, तो 3 मैन तुसीं 4 भी लै सकते हो। 7 विचों वीमेन तुहाडे पास 2 आ जाणगियां। इस तो अगे नहीं जा सकते तुहाडे कोल, क्योंकि उन्हें कहा एटलीस्ट 3 men ते 2 women होने चाहिए हैं। घट्टो घट्ट 3 men, उरे 3 women सी, घट्टो घट्ट चो मैन वध गया वीमेन। अगले केस में मैन 5 women एक हो जूगी ना, वो तो कमेटी बन ही नहीं सकती। इसदा मतलब टोटल नंबर ऑफ वेज साडियां जिहड़ियां हैगियां ने वो आ गईयां तुहाडे कोल। सो टोटल आ गईयां जी। मेरा ख्याल है तुहानूं समझ आ गया, कोई एड्डी रोले वाली गलबात है नहीं कि तुहाडे कोल। अब हुण आ गया कि टुगैदर, टू पर्टिकुलर वीमेन ऑलवेज टुगैदर। सो पेज नंबर लीजिए जी।
सो टू पर्टिकुलर वीमेन आलवेज टुगैदर, मतलब ਉਹ ਪੱਕਾ ਰੱਖਣੀ ਹੈ। ਹੁਣ ਦੇਖੋ ਤੁਹਾਡੇ ਕੋਲ 10 ਵਿੱਚੋਂ ਆਪਾਂ ਇੱਧਰ 4 ਮੈਨ ਲਏ ਸੀ ਨਾ, 10 ਵਿੱਚੋਂ 4 ਮੈਨ ਲਏ। ਅਗਰ 10 ਵਿੱਚੋਂ 4 ਵੀਮੈਨ ਲੈ ਲੈਣਾ ਤੇ ਉਹ 2 ਪਾਰਟੀਕੂਲਰ ਵੀਮੈਨਸ ਲੈਣੀਆਂ ਹੀ ਲੈਣੀਆਂ ਨੇ, मतलब 2 ਹੀ ਹੈ, 2 ਹੀ ਲੈਣੀ ਹੈ। मतलब नंबर ऑफ वेज ये 1 वे ही है, ये मैं पहला 1 वे लिख दिंदा। 2 हैं, 2 ही ਲੈਣੀਆਂ ਨੇ। कमेटी पूरी होगी जी, 10 ही 4 हो गया ਤੁਹਾਡੇ ਕੋਲ, ठीक है। 2 वीमेन ने 2 ਲੈਣੀਆਂ। ਹੁਣ 5 ਚੋਂ ਕੀ ਸਿਲੈਕਟ ਹੋਊਗਾ? 5 ਚੋਂ ਕੁਝ ਵੀ ਨਹੀਂ ਸਿਲੈਕਟ ਹੋਣਾ ਫਿਰ, ਕਿਉਂ? ਕਮੇਟੀ ਤਾਂ 6 ਦੀ ਸੀਗੀ ਨਾ, ਕਮੇਟੀ ਤਾਂ 6 ਦੀ ਸੀਗੀ। ਤੇ ਬੰਦਾ ਕਹਿੰਦਾ ਉਰੇ ਸਰ 5 ਕਿਉਂ ਨਹੀਂ ਲਾਏ? ਇਹ ਪਾਰਟੀਕੂਲਰ ਹੈ ਨਾ, ਪਾਰਟੀਕੂਲਰ ਹੈ, 2 ਹੀ ਹੈ, 2 ਹੀ ਸਿਲੈਕਟ ਹੋਣੀਆਂ ਨੇ। ਪੱਕੇ ਸਿਫਾਰਸ਼ੀ ਬੰਦੇ ਜਿਹਨੂੰ ਕਹਿੰਦੇ ਹੁੰਦੇ ਆਪਾਂ ਵੀ 2 ਹੀ ਹੈ, 2 ਹੀ ਸਿਲੈਕਟ ਹੋਣੇ, ਤਾਂ 2 ਸੀ 2 ਹੀ ਹੈ ਨਾ। ਤੇ ਫਿਰ ਵੀਮੈਨ 2 ਸਿਲੈਕਟ ਹੋਣੀਆਂ ਸੀ, ਮੈਨ 4 ਸਿਲੈਕਟ ਹੋਣੇ ਸੀ। ਹੁਣ ਬਚੀਆਂ ਹੋਈਆਂ 5 ਵੀਮੈਨ 'ਚੋਂ ਤਾਂ ਕੋਈ ਸਿਲੈਕਟ ਨਹੀਂ ਹੋਣੀ, ਇਸ ਕਰਕੇ 5 ਸੀ 0। ਔਰ 21 ਹੋਰ ਹੋ ਸਕਦਾ। ਔਰ ਮਤਲਬ ਮੈਨ ਆਪਾਂ 3 ਸਿਲੈਕਟ ਕਰ ਲਈਏ। ਹੁਣ ਜੇ ਮੈਨ ਸਿਲੈਕਟ 3 ਕਰੀਏ ਤਾਂ ਵੀਮੈਨ ਵੀ ਡੈਫੀਨੇਟਲੀ 3 ਸਿਲੈਕਟ ਕਰਨੀਆਂ ਪੈਣੀਆਂ। 3 2 ਚੋਂ 2 ਤਾਂ ਇਹ ਪੱਕੀਆਂ ਹੀ ਨੇ, 5 ਚੋਂ 1 ਵੀ ਸਿਲੈਕਟ ਕਰਨੀ ਪਊਗੀ ਤੁਹਾਡੇ ਕੋਲ। ਸੋ 2 ਚੋਂ 2 ਪੱਕੀਆਂ ਨੇ ਤਾਂ 5 ਚੋਂ 1 ਵੀ ਸਿਲੈਕਟ ਕਰਨੀ ਪਊਗੀ। ਤਾਂ ਹੁਣ 10 ਸੀ 4 ਹੈ ਨਾ। ਤਾਂ ਆਪਾਂ ਕੈਲਕੂਲੇਸ਼ਨ ਦੇਖ ਲਈ। ਇੱਦਾਂ ਦੇ ਕੁਐਸਚਨ ਦਾ ਆਨਸਰ ਮਿਲਾਉਣਾ ਬਹੁਤ ਜ਼ਰੂਰੀ ਹੁੰਦਾ ਹੈਗਾ। ਆਨਸਰ ਮੇਰੇ ਕੋਲ ਹੈਗਾ ਅਤੇ ਮੈਂ ਪੂਰਾ ਹੀ ਕਰਨ ਜਾ ਰਿਹਾ ਜੀ, ਕਿਉਂਕਿ ਕਈ ਕੁਐਸਚਨ ਐਸੇ ਹੁੰਦੇ ਵੀ ਚੈੱਕ ਕਰਨੇ ਜ਼ਰੂਰੀ ਹੁੰਦੇ। ਤਾਂ 10 9 8 7 डिवाइडेड बाय 4 3 2 1, ਇਹਦਾ 1 ਬਣਨਾ, ਇਹਦਾ ਵੀ 1 ਬਣਨਾ। 10 9 8 3 2 1, ਇਹਦਾ 5 ਬਣਨਾ। ਠੀਕ ਹੋ ਗਿਆ ਜੀ। ਤਾਂ ਇਹ ਵਾਲੀ ਚੀਜ਼ ਜਿਹੜੀ ਹੈਗੀ ਹੈ ਤੁਹਾਡੇ ਕੋਲ। ਹੁਣ ਅਗਰ ਮੈਂ 8 ਕੱਟਾਂ ਤਾਂ ਪੂਰਾ ਹੀ ਕੱਟਦਾ, 3 3 9 तो 10 7 70 3 210। ਸੋ 210 ਹੋ ਗਿਆ ਜੀ ਤੁਹਾਡੇ ਕੋਲ। ਉਸ ਤੋਂ ਬਾਅਦ ਜੋੜ, ਠੀਕ ਹੈ। ਸੋ ਇੱਥੇ 3 ਆ ਜਾਏਗਾ ਜੀ, ਇੱਥੇ 4 ਆ ਜਾਏਗਾ। तो 10 चौका 40 3 120, 12 5 60, ठीक है जी। तो ये 600 आ जाएगा। सो ये टोटल बन गया 810। ठीक हो गया जी। सो ये 810 आ गया जी ਤੁਹਾਡੇ ਕੋਲ। ਤੇ ਪਿਛਲੇ ਵਾਲਾ ਟੋਟਲ ਵੀ ਸਾਨੂੰ ਕਰਨਾ ਪਏਗਾ ਤੁਹਾਡੇ ਕੋਲ, ਠੀਕ ਹੈ। ਸੋ ਪਿਛਲੇ ਵਾਲਾ ਟੋਟਲ ਜਿਹੜਾ ਹੈਗਾ ਤੁਹਾਡੇ ਕੋਲ ਉਹ ਤੁਸੀਂ ਕਰੋਗੇ ਤਾਂ 10 10 9, ਹਾਂਜੀ, ਕਿਉਂਕਿ ਫਿਰ ਮੈਂ ਪੂਰਾ ਆਨਸਰ ਕੱਢਦਾ ਇਹਦਾ ਤੁਹਾਨੂੰ। ਤੇ 10 9 ਤੇ 8 3 2 ਤੇ 1 7 6 ਤੇ 5 3 2 ਤੇ 1 10 9 8 7 4 3 2 1 7 7 6 2 1, ठीक है जी। सो आह वाली कैलकुलेशनस हो गई। सो जे आह वाली कैलकुलेशनां हो गई तो इत्थे 3 3 9, ठीक है जी। सो 120 आ जाएगा, ठीक है। 120 तो इत्थे 6 पूरा कट दो 35, 4 दूनी 8 पूरा चक दो, 3 3 9, ये 210 आ जाएगा। गुणा 42 21। सो 120 ਨੂੰ 35 ਨਾਲ ਗੁਣਾ ਕਰੋਗੇ ਤੁਹਾਡੇ ਕੋਲ 35 ਗੁਣਾ 12 4200 ਆ ਜਾਏਗਾ। 21 ਗੁਣਾ 21 441, ਆ ਗੁਣਾ ਕਰ ਲਈ ਦੀ ਮਗਰ 0, 42 8610, ठीक है जी। सो अपनी पिछली कैलकुलेशन च हुण आ गया आंसर, ठीक है। सो आपां कढना नॉट टुगैदर है ना, टोटल 8610 माइनस 810 तो 7800। ਤੁਸੀਂ ਇਹ ਦੇਖੋ ਆਪਾਂ ਨਾ ਲਾਈਫ 'ਚ ਕਦੇ ਚੀਜ਼ਾਂ ਸੋਚੀਆਂ ਵੀ ਨਹੀਂ ਹੋ ਸਕਦੀਆਂ ਵੀ ਇੰਨੀ ਇੱਕ ਕਮੇਟੀ ਬਣਾਉਣੀ ਹੈ, ਥੋੜ੍ਹੇ ਜਿਹੇ ਮੈਂਬਰ ਨੇ, ਠੀਕ ਹੈ। ਅਤੇ ਉਹ 7800 ਕੇਸਿਸ ਵਿੱਚ ਵੀ ਮੈਨ ਇਕੱਠੀਆਂ ਨਹੀਂ ਬਣ ਸਕਦੀਆਂ। ਅਤੇ ਕਮੇਟੀਆਂ ਦੇਖੋ ਕਿੰਨੀਆਂ, ਮਤਲਬ ਮੈਥ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਵੀ ਜਿਹੜੀਆਂ ਸੋਚਣ 'ਤੇ ਮਜਬੂਰ ਕਰ ਦਿੰਦਾ ਤੁਹਾਡੇ ਕੋਲ ਵੀ ਹਾਂ ਐਂ ਵੀ ਹੋ ਸਕਦਾ ਤੁਹਾਡੇ ਕੋਲ। ਸੋ ਇੱਕ ਲਾਸਟ ਕੁਐਸਚਨ ਦੇਖਿਓ ਜੀ ਕੀ ਕਹਿੰਦਾ ਹੈਗਾ, ਕਿਉਂਕਿ ਉਹ ਥੋੜ੍ਹਾ ਪਾਰਟੀਕੂਲਰ ਹੈ।
ਸੋ ਪਾਰਟੀਕੂਲਰ ਹੈ ਤੁਹਾਡੇ ਕੋਲ। ਤਾਂ ਇਸ ਕੁਐਸਚਨ ਦੇ ਵਿੱਚ ਕੀ ਹੈ, ਦ ਸਮ ਆਫ ਡਿਜਿਟ ਐਟ ਯੂਨਿਟ ਪਲੇਸ ਆਫ ਆਲ ਦਾ ਨੰਬਰਸ ਫਾਰਮਡ ਬਾਏ ਦਿਸ। ਮਤਲਬ 3 4 ਜਿਹੜਾ ਹੈਗਾ ਤੁਹਾਡੇ ਕੋਲ 3 4 5 6 ਇਹ ਆਪਣੇ ਕੋਲ ਅੱਖਰ ਨੇ 3 4 5 6। ਇਹਦੇ ਨਾਲ ਨਾ 4 ਫੈਕਟੋਰੀਅਲ, ਇਹਦੇ ਨਾਲ ਤੁਹਾਡੇ ਕੋਲ 24 ਨੰਬਰਸ ਬਣਨਗੇ। ਠੀਕ ਹੈ, ਉਹ 24 ਨੰਬਰਸ ਜਿਹੜੇ ਤੁਹਾਡੇ ਕੋਲ ਬਣਨਗੇ, ਉਹ ਕਹਿੰਦਾ 24 ਨੰਬਰਸ ਦੇ ਯੂਨਿਟ ਡਿਜਿਟ ਨੂੰ ਤੁਸੀਂ ਐਡ ਕਰ ਲਓ। ਠੀਕ ਹੈ ਨਾ, ਤਾਂ ਜਿਹੜਾ ਹੈਗਾ ਯੂਨਿਟ ਡਿਜਿਟ ਨੂੰ ਐਡ ਕਰ ਲਓ, ਜੋ ਐਡ ਕਰਕੇ ਆਨਸਰ ਆਏਗਾ ਉਹ ਇਹਨਾਂ 'ਚੋਂ ਕਿਹੜਾ ਹੋਏਗਾ। ਇੱਕ ਤਰੀਕਾ ਤਾਂ ਹੁੰਦਾ, ਦੇਖੋ ਜੇ ਆਪਾਂ ਜਮਾਂ ਹੀ ਵਿਹਲੇ ਹਾਂ 24 ਦੇ 24 ਲਿਖ ਕੇ ਦੇਖ ਲਓ, ਐਡ ਕਰ ਲਿਓ, ਬਟ ਲੌਜਿਕ ਕੋਈ ਤਾਂ ਲੱਗੇ ਨਾ ਤੁਹਾਡੇ ਕੋਲ। 24 ਦੇ 24 ਲਿਖ ਲਈਏ। ਹੁਣ ਮੰਨ ਲਓ ਮੈਂ 3 ਫਿਕਸ ਕਰਦਾ ਉਰੇ ਯੂਨਿਟ ਪਲੇਸ 'ਤੇ। ਹਾਂਜੀ, ਇਹਨੂੰ ਧਿਆਨ ਨਾਲ ਸਮਝਣਾ ਜੀ। ਯੂਨਿਟ ਪਲੇਸ 'ਤੇ 3 ਫਿਕਸ ਕਰਨਾ ਹੈ, ਤਾਂ ਇੱਥੇ ਕੋਈ ਵੀ ਨੰਬਰ ਆਵੇ ਇਹ 6 ਵੇਜ਼ ਨਾਲ ਐਡਜਸਟ ਹੋਣਗੇ, ਕਿਉਂਕਿ 3 2 1। ਠੀਕ ਹੈ, ਮਤਲਬ ਕੁੱਲ ਮਿਲਾ ਕੇ ਐਂ ਹੈ ਵੀ ਜੇ 3 ਉਰੇ ਫਿਕਸ ਹੋਵੇ ਤਾਂ ਉਰੇ ਠੀਕ ਹੈ, ਤਾਂ ਇੱਥੇ ਕਿੰਨੇ ਅੱਖਰ ਆਉਣਗੇ। ਅਰੇ ਲਿਖ ਲਓ, ਚਾਹੇ ਇੱਥੇ ਲਿਖ ਲਓ 456। ਠੀਕ ਹੈ, 4 ਨੂੰ ਰੱਖ ਲਓ, 6 5 ਕਰ ਲਓ, ਉਰੇ 5 ਫਿਕਸ ਕਰ ਲਓ, 4 6 ਕਰ ਲਓ, ਉਰੇ 5 ਫਿਕਸ ਕਰ ਲਓ, 6 4 ਕਰ ਲਓ, ਉਰੇ 6 ਫਿਕਸ ਕਰ ਲਓ, 4 5 ਕਰ ਲਓ, ਉਰੇ 6 ਫਿਕਸ ਕਰ ਲਓ, 5 4 ਕਰ ਲਓ। ਤਾਂ ਮੇਰਾ ਪਰਪਸ ਇਹ ਲਿਖਾਉਣਾ ਨਹੀਂ ਹੈ, ਮੇਰਾ ਪਰਪਸ ਹੈ ਕਿ ਜਦੋਂ ਤੁਹਾਡਾ 3 ਫਿਕਸ ਹੁੰਦਾ ਹੈ ਤਾਂ ਇੱਧਰ 6 ਪੋਸੀਬਿਲਿਟੀਜ਼ ਆ ਜਾਂਦੀਆਂ ਨੇ। ਠੀਕ ਹੈ ਜੀ, ਤਾਂ ਇਹ 1 2 3 ਜਦੋਂ ਇਹ ਐਡ ਹੋਇਆ ਤਾਂ ਮਤਲਬ 3 × 3 ਫੈਕਟੋਰੀਅਲ ਹੈ ਨਾ, ਮਤਲਬ ਤੁਹਾਡਾ ਯੂਨਿਟ ਪਲੇਸ 'ਤੇ 3 ਜੇ 6 ਅੱਖਰ ਲੈਂਦਾ ਮੈਂ ਤਾਂ ਯੂਨਿਟ ਪਲੇਸ 'ਤੇ 3 ਕਿੰਨੀ ਵਾਰੀ ਆਉਂਦਾ, 6 ਵਾਰੀ ਹੀ ਆਉਂਦਾ ਨਾ ਯੂਨਿਟ ਪਲੇਸ 'ਤੇ। ਇਹਦਾ ਮਤਲਬ ਯੂਨਿਟ ਪਲੇਸ 'ਤੇ ਆਹ ਵਾਲੇ ਜਿਹੜੇ ਅੱਖਰਾਂ ਦਾ ਜੋੜ ਹੈ ਇਹ 18 ਬਣਿਆ। ਠੀਕ ਹੈ ਜੀ, ਅਤੇ ਇਹੀ ਬਣੂਗਾ ਨਾ ਤੁਹਾਡੇ ਕੋਲ ਜਿਹੜਾ ਹੈਗਾ। ਇਹਦਾ ਮਤਲਬ ਪਤਾ ਕੀ ਹੋਇਆ, ਇਹਦਾ ਮਤਲਬ ਇਹ ਹੋਇਆ ਬਈ ਸਮ ਆਫ ਡਿਜਿਟ ਐਟ ਯੂਨਿਟ ਪਲੇਸ, ਸਮ ਆਫ ਡਿਜਿਟਸ ਐਟ ਯੂਨਿਟ ਪਲੇਸ, ਸਮ ਆਫ ਡਿਜਿਟ, ਸਮ ਮੈਨੇ ਜੋੜ, ਡਿਜਿਟ ਦਾ ਐਟ ਯੂਨਿਟ ਪਲੇਸ ਕਿੰਨਾ ਸੀ, ਯੂਨਿਟ ਪਲੇਸ 'ਤੇ ਡਿਜਿਟ 3 ਫਿਕਸ ਕੀਤਾ ਸੀ, ਆਇਆ ਕਿੰਨੀ ਵਾਰ 3 ਫੈਕਟੋਰੀਅਲ ਵਾਰੀ। ਠੀਕ ਹੈ ਜੀ, ਅਗਰ ਤੁਸੀਂ ਆਹ ਕੁਐਸਚਨ ਸਿੱਖ ਗਏ, ਤੁਸੀਂ ਜਿਹੜਾ ਹੈਗਾ ਤੁਹਾਡੇ ਕੋਲ ਤਾਂ ਕੰਪੀਟੀਸ਼ਨ ਦਾ ਸਮਝ ਲਓ ਇੱਕ ਕੁਐਸਚਨ ਲੈ ਗਏ ਤੁਸੀਂ। ਠੀਕ ਹੈ, ਔਰ ਸਾਰਾ ਕੁਛ NCERT ਐਗਜ਼ਾਮਪਲਰ 'ਚ ਹੈ। ਆਪਾਂ ਤਾਂ ਭੱਜੇ ਫਿਰੀ ਜਾਂਦੇ ਹਾਂ, ਆ ਵੀ ਲੈ ਲਓ, ਆ ਵੀ ਲੈ ਲਓ, ਆ ਵੀ ਲੈ ਲਓ, ਬਾਅਦ 'ਚ ਆ ਵੀ ਨਹੀਂ ਆਉਂਦੀ, ਆ ਵੀ ਨਹੀਂ ਆਉਂਦੀ, ਆ ਵੀ ਨਹੀਂ ਆਉਂਦੀ, ਕਿੱਡੀ ਮੌਜ ਹੈ ਨਾ। ਸੋ ਅਗਰ ਤੁਹਾਡੇ ਕੋਲ ਇਹ ਪਹਿਲੀ ਪੋਸੀਬਿਲਿਟੀ ਹੈ ਸਮ ਆਫ ਡਿਜਿਟ ਐਟ ਯੂਨਿਟ ਪਲੇਸ। ਹੁਣ ਜਿਹੜਾ ਹੈਗਾ ਹੈ ਆਪਾਂ ਦੂਜੇ ਨੰਬਰ 'ਤੇ 3 ਦੀ ਜਗ੍ਹਾ 'ਤੇ 4 ਫਿਕਸ ਕਰ ਦਈਏ, 3 ਦੀ ਜਗ੍ਹਾ 'ਤੇ 4 ਫਿਕਸ ਕਰ ਦਈਏ। ठीक है ना, सो 3 ਦੀ ਜਗ੍ਹਾ 'ਤੇ 4 ਫਿਕਸ ਕਰੀਏ ਤਾਂ ਫਿਰ ਕੁਐਸਚਨ ਤਾਂ ਉਹੀ ਹੈ ਨਾ, 4 ਕਿੰਨੀ ਵਾਰ ਐਡ ਹੋਊਗਾ, 4 6 ਵਾਰ ਐਡ ਹੋਊਗਾ, ਕਿਉਂਕਿ 4 4 4 ਆ ਜਾਣਾ, ਇੱਧਰ ਅਦਲੀ ਬਦਲੀ ਆ ਜਾਣਾ। ਇਹਦਾ ਮਤਲਬ ਅਗਰ 4 ਫਿਕਸ ਹੋਇਆ ਤਾਂ ਤੁਹਾਡਾ 4 × 3 ਫੈਕਟੋਰੀਅਲ ਹੀ ਆਉਣਾ ਹੈ, ਕਿਉਂਕਿ 3 ਫੈਕਟੋਰੀਅਲ ਨੇ ਤਾਂ 6 ਡਿਜਿਟ ਲੈ ਕੇ ਆਉਣੇ ਹੀ ਆਉਣੇ ਨੇ ਤੁਹਾਡੇ ਕੋਲ। ਠੀਕ ਹੋ ਗਿਆ ਜੀ, ਮੇਰਾ ਖਿਆਲ ਹੈ ਤੁਹਾਨੂੰ ਠੀਕ ਠਾਕ ਢੰਗ ਨਾਲ ਸਮਝ ਆ ਗਿਆ। ਅਤੇ ਜੇ ਨਹੀਂ ਸਮਝ ਆਉਂਦਾ ਹੁੰਦਾ ਵੀਡੀਓ ਦੁਬਾਰਾ ਦੇਖਿਆ ਕਰੋ। ਠੀਕ ਹੈ, ਲਾਈਵ ਕਲਾਸ 'ਚ ਕੀ ਹੁੰਦਾ ਇਹ ਚੀਜ਼ ਉੱਡ ਜਾਂਦੀ ਹੈ। ਮੰਨ ਲਓ ਮੈਂ ਤੁਹਾਨੂੰ ਜ਼ੂਮ 'ਤੇ ਪੜ੍ਹਾ ਰਿਹਾ ਹੋਵਾਂ ਤਾਂ ਇੱਕੋ ਵਾਰ 'ਚ ਬਾਏ ਹੋ ਜਾਣੀ, ਇਹਦੀ ਦੁਬਾਰਾ ਨਹੀਂ ਮੌਕਾ ਆਉਣਾ ਹੈਗਾ। ਪਰ ਇਸ ਕੇਸ ਵਿੱਚ ਤੁਹਾਨੂੰ ਦੁਬਾਰਾ ਫੁੱਲ ਫਲੈਜ ਮੌਕਾ ਹੈ, ਔਰ ਦੇਖੋ। ਔਰ ਜਿਹੜਾ ਹੈਗਾ ਇੱਕ ਨਾ ਵਰਡ ਹੁੰਦਾ ਤੁਹਾਡੇ ਪਾਸ, ਠੀਕ ਹੈ, ਮਤਲਬ ਸਵੀਟਸ ਆਰ ਦਾ ਯੂਜ਼ਿਸ ਆਫ ਐਡਵਰਸਿਟੀ, ਵੀ ਐਡਵਰਸਿਟੀ ਤੋਂ ਵੀ ਜਿਹੜਾ ਕੁਛ ਨਾ ਕੁਛ ਸਿੱਖਿਆ ਜਾ ਸਕਦਾ ਤੁਹਾਡੇ ਪਾਸ। ਤਾਂ ਇਹਦਾ ਮਤਲਬ ਇਹ ਹੈ ਕਿ ਹੁਣ ਤੁਸੀਂ ਸਕੂਲ ਨਹੀਂ ਜਾ ਰਹੇ ਤਾਂ ਤੁਹਾਡੇ ਕੋਲ ਟਾਈਮ ਵੀ ਇਨ ਐਕਸੈਸ 'ਚ ਹੁੰਦਾ, ਨਾ ਕੋਈ ਪ੍ਰੈਕਟੀਕਲ ਅਤੇ ਨਾ ਕੋਈ ਕੁਛ, ਅਤੇ ਉਹ ਚੀਜ਼ ਉਹ ਟਾਈਮ ਨੂੰ ਤੁਸੀਂ ਯੂਜ਼ ਕਰੋ। ਤਾਂ ਅਗਰ 4 ਦੀ ਬਜਾਏ ਹੁਣ ਮੈਂ ਤੁਹਾਡੇ ਕੋਲ ਅਗਰ 4 ਦੀ ਬਜਾਏ ਤੁਹਾਡੇ ਕੋਲ ਮੈਂ 5 ਨੂੰ ਫਿਕਸ ਕਰਦਾ, ਕਿਉਂਕਿ 4 5 6 ਹੀ ਨੇ, ਅਗਰ ਮੈਂ ਉਰੇ 5 ਫਿਕਸ ਕਰ ਦਿੰਦਾ ਵਾਂ ਤਾਂ ਵੀ ਮੈਨੂੰ ਓਨੇ ਹੀ ਮਿਲਣਗੇ। ਤਾਂ ਫਿਰ ਇਹਦਾ ਮਤਲਬ 5 × 3 ਫੈਕਟੋਰੀਅਲ ਹੋ ਜਾਣਗੀਆਂ। ਠੀਕ ਹੈ, ਅੱਗੇ ਮੈਂ 6 ਫਿਕਸ ਕਰ ਦਿੰਦਾ ਵਾਂ ਤੁਹਾਡੇ ਕੋਲ, ਤਾਂ 3 ਫੈਕਟੋਰੀਅਲ × 6 ਆ ਜਾਊਗਾ। ਠੀਕ ਹੈ ਜੀ, ਹੁਣ ਆਪਾਂ ਨੇ ਤਾਂ ਯੂਨਿਟ ਡਿਜਿਟ ਲੈਣਾ ਹੈਗਾ, ਯੂਨਿਟ ਡਿਜਿਟ ਲੈਣਾ ਤਾਂ ਸਾਰੀਆਂ ਚੀਜ਼ਾਂ ਐਡ ਹੋ ਜਾਣਗੀਆਂ। ਸੋ 3 × 3 ਫੈਕਟੋਰੀਅਲ, 3 ਫੈਕਟੋਰੀਅਲ × 4, 3 ਫੈਕਟੋਰੀਅਲ ×
5 ਤੇ 3 ਫੈਕਟੋਰੀਅਲ ਗੁਣਾ 6 ਇਹ ਸਾਰੇ ਯੂਨਿਟ ਡਿਜਿਟ ਦਾ ਹੀ ਸੌਦਾ ਹੈ। ਸੋ 3 ਫੈਕਟੋਰੀਅਲ ਸਾਡਾ ਬਾਹਰ ਹੋ ਗਿਆ 3 + 4 + 5 + 6 6 5 11 4 15 18 18 ਗੁਣਾ 6 ਸੋ 108 ਆ ਗਿਆ ਜੀ ਤੁਹਾਡੇ ਕੋਲ। ਸੋ 108 ਆਪਣੇ ਕੋਲ ਆਪਸ਼ਨ 'ਚ ਹੈਗਾ, ਆਪਣੇ ਕੋਲ ਆਪਸ਼ਨ ਦੇ ਵਿੱਚ ਹੈਗਾ। ਠੀਕ ਹੈ ਜੀ। ਸੋ ਮੇਰਾ ਖਿਆਲ ਹੈ ਜੀ ਠੀਕ ਠਾਕ ਤੁਹਾਨੂੰ ਸਮਝ ਆ ਗਿਆ ਹੋਣਗੇ। ਅਗਲੇ ਲੈਕਚਰ 'ਚ ਫਿਰ ਮੈਂ ਹੋਰ ਪ੍ਰੋਬਲਮ ਐਗਜ਼ਾਮਪਲਰ ਪ੍ਰੋਬਲਮਸ ਦੀਆਂ ਬੁੱਕ ਨਹੀਂ ਹੈਗੀ ਤਾਂ ਜ਼ਰੂਰ ਚੈਪਟਰ ਡਾਊਨਲੋਡ ਕਰ ਲਓ। ਠੀਕ ਹੈ ਜੀ, ਬਹੁਤ ਅੱਛੀ ਬੁੱਕ ਹੈ। ਔਰ ਤੁਸੀਂ ਟ੍ਰਿਗਨੋਮੈਟਰੀ ਵੀ ਸਾਰੀ ਕਰਨੀ ਹੈ। ਟ੍ਰਿਗਨੋਮੈਟਰੀ ਦੇ ਵੀ ਲੈਕਚਰ ਮੈਂ ਉਹ ਦੇਣੇ ਨੇ ਤੁਹਾਨੂੰ ਕਿ ਬੈਸਟ ਆਫ ਐਗਜ਼ਾਮਪਲਰ ਪ੍ਰੋਬਲਮ, ਤਾਂ ਇਹ ਵੀ ਕਰਨੀ ਹੈ। ਔਰ ਜੇ ਤੁਸੀਂ ਇਹ ਕਰ ਗਏ ਠੀਕ ਹੈ ਤਾਂ ਡੈਫੀਨੇਟਲੀ +2 ਦੇ ਵਿੱਚ ਐਂ ਹੋਊਗਾ ਵੀ ਕੋਈ ਚੀਜ਼ ਹੈ ਹੀ ਨਹੀਂ +2। ਠੀਕ ਹੈ ਜੀ। ਸੋ ਥੈਂਕ ਯੂ ਜੀ, ਬਾਕੀ ਨੈਕਸਟ ਲੈਕਚਰ 'ਚ